ਵਾਹਿਗੁਰੂ ਸਾਹਿਬ ਜੀਓ। ਸੋ ਪੰਡਤ ਜੋ ਮਨ ਪ੍ਰਬੁੱਧੈ, RAM ਨਾਮ ਆਤਮ ਮੈਂ ਸੋਧੈ। RAM ਨਾਮ ਸਾਰ ਰਸ ਪੀਵੈ, ਉਸ ਪੰਡਤ ਕੈ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਤ ਫਿਰ ਜੋਨ ਨ ਆਵੈ। वेद प्राण सिमरत बूझै मूल, सूक्ष्म मैं जानੈ असथूल। चौहों वर्ना को दे उपदेश, नानक उस पंडित को सदा आदेश। चौहों वर्ना को दे उपदेश, नानक उस पंडित को सदा आदेश। ਰਹਿਮਤਾਂ ਦੇ ਘਰ, ਦਇਆ ਦੇ ਖਜ਼ਾਨੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਕ ਪਵਿੱਤਰ ਚਰਨਾਂ ਦਾ ਓਟ ਆਸਰਾ ਲੈ ਕੇ ਅਸੀਂ ਰੋਜ਼ਾਨਾ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਾਕ ਪਵਿੱਤਰ ਪਾਵਨ ਬਾਣੀ ਸੁਖਮਨੀ ਸਾਹਿਬ ਦੀ ਵਿਚਾਰ ਨਾਲ ਜੁੜਦੇ ਹਾਂ। ਆਓ ਜੀ ਸਤਿਕਾਰ ਨਾਲ, ਪ੍ਰੇਮ ਨਾਲ ਸਤਿਗੁਰੂ ਦੇ ਪਿਆਰ ਵਿੱਚ ਭਿੱਜੀਏ। ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਸੀਸਾਂ ਨਾਲ ਭਰੀ ਹੋਈ ਪਾਵਨ ਗੁਰੂ ਫਤਿਹ ਸਾਂਝੀ ਕਰੀਏ ਜੀ। ਸਾਰੇ ਸਤਿਕਾਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਬਾਣੀ ਦੀ ਅਸੀਂ 9ਵੀਂ ਅਸ਼ਟਪਦੀ ਦੀ ਵਿਚਾਰ ਕਰ ਰਹੇ ਹਾਂ ਤੇ 9ਵੀਂ ਅਸ਼ਟਪਦੀ ਦੀ ਚੌਥੀ ਪੌੜੀ ਅੱਜ ਸਾਡੇ ਕੋਲ ਮੌਜੂਦ ਹੈ, ਜਿਹਦੀ ਆਪਾਂ ਅੱਜ ਵਿਚਾਰ ਕਰਨੀ ਹੈ। ਅੱਜ ਦੀ ਵਿਚਾਰ ਦਾ ਧੁਰਾ ਹੈ ਪੰਡਿਤ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਸ਼ਬਦ ਦੀ ਇੱਥੇ ਵਰਤੋਂ ਕੀਤੀ ਹੈ ਕਿ ਪੰਡਿਤ ਕੌਣ ਹੁੰਦਾ ਹੈ। ਪੰਡਿਤ ਭਾਵ ਗੁਣੀ ਗਿਆਨੀ ਇਨਸਾਨ, ਵਿਦਵਾਨ ਬੰਦਾ। ਧਰਮ ਦੀ ਜਿਹੜੀ ਦੁਨੀਆ ਹੈ ਉਹਦਾ ਆਧਾਰ ਪੰਡਿਤ ਲੋਕ ਹੁੰਦੇ ਨੇ, ਵਿਦਵਾਨ ਸੱਜਣ ਹੁੰਦੇ ਨੇ। ਪਰ ਜੇ ਵਿਦਵਾਨ ਸੱਜਣ ਵਿਕਾਊ ਹੋ ਜਾਣ, ਆਪਣੀ ਕਲਮ ਦੇ ਨਾਲ ਗਲਤ ਲਿਖਣਾ ਸ਼ੁਰੂ ਕਰ ਦੇਣ, ਤਾਂ ਉਹ ਧਰਮ ਦੀ ਜਿਹੜੀ ਫਿਲਾਸਫੀ ਹੁੰਦੀ ਹੈ ਉਹਦਾ ਤੈਸ਼ ਨੈਸ਼ ਕਰ ਦਿੰਦੇ ਨੇ, ਉਹ ਸਿਧਾਂਤਾਂ ਨੂੰ ਵਿਗਾੜ ਦਿੰਦੇ ਨੇ, ਬਹੁਤ ਸਾਰੇ ਲੋਕਾਂ ਦਾ ਨੁਕਸਾਨ ਕਰ ਜਾਂਦੇ ਨੇ। ਪਰ ਜੇਕਰ ਉਹ ਸਿਆਣੇ ਹੋਣ, ਪੰਡਿਤ ਸਿਆਣੇ ਹੋਣ, ਵਿਦਵਾਨ ਸੱਜਣ ਸਿਆਣੇ ਹੋਣ, ਵਿਕਾਊ ਨਾ ਹੋਣ, ਉਹਨਾਂ ਦੀ ਨੀਅਤ ਸਾਫ਼ ਸੁਥਰੀ ਹੋਵੇ, ਤਾਂ ਜਿੱਥੇ ਉਹ ਆਪਣਾ ਭਲਾ ਕਰਦੇ ਹੈ ਉੱਥੇ ਉਹ ਸਮਾਜ ਲਈ ਵੀ ਚੰਗੀਆਂ ਲਿਖਤਾਂ ਸਨਮੁਖ ਰੱਖਦੇ ਨੇ। ਮੈਨੂੰ ਇੱਥੇ ਛੋਟੀ ਜਿਹੀ ਗੱਲ ਯਾਦ ਆ ਗਈ, ਮੈਂ ਉਸ ਵੱਲ ਥੋੜ੍ਹਾ ਜਿਹਾ ਤੁਹਾਡਾ ਧਿਆਨ ਦਿਵਾਉਣਾ। ਪੰਜਾਬ ਦੀ ਧਰਤੀ 'ਤੇ ਕਲਾਕਾਰਾਂ ਦਾ ਬੜਾ ਜ਼ੋਰ ਰਿਹਾ, ਅੱਜ ਵੀ ਹੈ, ਸ਼ਾਇਦ ਆਉਣ ਵਾਲੇ ਸਮੇਂ ਵਿੱਚ ਵੀ ਰਵੇ। ਕਲਾਕਾਰਾਂ ਦੇ ਕੋਲ ਲਿਖੇ ਹੋਏ ਗੀਤ ਆਉਂਦੇ ਨੇ, ਗੀਤਕਾਰਾਂ ਦੇ, ਜਿਨ੍ਹਾਂ ਨੇ ਆਪਣੀ ਕਲਮ ਨਾਲ 4 ਸ਼ਬਦ ਲਿਖਣੇ ਹੁੰਦੇ ਨੇ। ਪਰ ਜੇਕਰ ਉਹਨਾਂ ਦੀ ਲਿਖਤ ਵਿੱਚ ਕੁਝ ਹੈ ਨਹੀਂ ਹੈ, ਮਾੜੀ ਲਿਖਤ ਹੈ, ਤਾਂ ਉਹਦਾ ਪ੍ਰਭਾਵ ਨੌਜਵਾਨੀ ਪੀੜ੍ਹੀ ਉੱਤੇ ਪੈਂਦਾ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਪੈ ਵੀ ਰਿਹਾ। ਕਲਾਕਾਰਾਂ ਦਾ ਜਿਹੜਾ ਪ੍ਰਭਾਵ ਹੈ ਉਹ ਨੌਜਵਾਨੀ ਪੀੜ੍ਹੀ ਉੱਤੇ ਬਹੁਤ ਛੇਤੀ ਅਸਰ ਕਰਦਾ ਹੈ। ਪਰ ਪ੍ਰੋਬਲਮ ਇੱਥੇ ਕ੍ਰੀਏਟ ਹੁੰਦੀ ਹੈ ਕਿ ਕਲਾਕਾਰਾਂ ਦੇ ਕੋਲ ਜਿਹੜੇ ਲਿਖੇ ਹੋਏ ਗੀਤ ਆ ਰਹੇ ਨੇ, ਗੀਤਕਾਰਾਂ ਦੇ, ਉਹਨਾਂ ਦੀ ਕਲਮ ਮਾੜੀ। ਜੋ ਕੁਝ ਉਹਨਾਂ ਨੇ ਲਿਖ ਕੇ ਕਲਾਕਾਰਾਂ ਨੂੰ ਦਿੱਤਾ ਜਾਂ ਕਲਾਕਾਰਾਂ ਨੇ ਜਿਹੜੀ ਆਪਣੀ ਬੁੱਧੀ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਗਾਇਆ, ਉਹਦਾ ਪ੍ਰਭਾਵ ਨੌਜਵਾਨ ਪੀੜ੍ਹੀ ਉੱਤੇ ਪਿਆ। ਔਰ ਆਪਾਂ ਸਾਰੇ ਜਾਣਦੇ ਹਾਂ ਕਿੱਥੇ ਦੇ ਕਿੱਥੇ ਸਾਡੀ ਨੌਜਵਾਨੀ ਜਿਹੜੀ ਪੀੜ੍ਹੀ ਹੈ ਉਹ ਪਹੁੰਚ ਚੁੱਕੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਦੀ ਅੱਜ ਪੰਡਿਤ ਦੀ, ਵਿਦਵਾਨ ਦੀ ਗੱਲ ਕੀਤੀ ਵੀ ਜੇ ਤੇਰੇ ਕੋਲ ਕਿਸੇ ਚੀਜ਼ ਦੀ ਵਿਦਵਤਾ ਹੈ ਨਾ, ਤੂੰ ਵਿਦਵਤਾ ਰੱਖਦਾ, ਗੁਣੀ ਹੈ, ਗਿਆਨੀ ਹੈ, ਤਾਂ ਉਹਦਾ ਲਾਭ ਦੂਜਿਆਂ ਨੂੰ ਪਹੁੰਚਾ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਪੰਡਿਤ ਨੂੰ ਸਮਝਾਇਆ ਸੀ, ਜਿਹੜਾ ਕਿ ਕਸ਼ਮੀਰ ਦਾ ਰਹਿਣ ਵਾਲਾ ਸੀ, ਬੜਾ ਵੱਡਾ ਗੁਣੀ ਗਿਆਨੀ ਬੰਦਾ ਸੀ। ਪਰ ਉਹਦੀ ਪ੍ਰੋਬਲਮ ਇਹ ਸੀ ਕਿ ਉਹ ਬਹਿਸਾਂ ਹੀ ਕਰਦਾ ਰਹਿੰਦਾ ਸੀ, ਰਾਤ ਦਿਨ ਬਹਿਸਾਂ ਕਰਦਾ ਰਹਿੰਦਾ ਤੇ ਆਪਣੇ ਆਪ ਨੂੰ ਜੇਤੂ ਘੋਸ਼ਿਤ ਕਰਾ ਕੇ ਉਹਨੂੰ ਬੜਾ ਸਕੂਨ ਮਿਲਦਾ ਸੀ। ਤਾਂ ਗੁਰੂ ਨਾਨਕ ਸਾਹਿਬ ਨੇ ਉਹਨੂੰ ਕਿਹਾ ਸੀ ਵੀ ਤੂੰ ਗੱਡੇ ਲੱਦੀ ਫਿਰਦਾ ਕਿਤਾਬਾਂ ਦੇ, ਘਰ ਭਰੇ ਪਏ ਨੇ ਕਿਤਾਬਾਂ ਦੇ, ਇੰਨਾ ਤੂੰ ਗੁਣੀ ਗਿਆਨੀ ਬੰਦਾ, ਇੰਨੇ ਧਰਮ ਸ਼ਾਸਤਰ ਪੜ੍ਹੇ ਹੋਏ ਆ, ਇੰਨੀਆਂ ਕਿਤਾਬਾਂ ਪੜ੍ਹੀਆਂ ਹੋਈਆਂ, ਇੰਨਾ ਵਿਦਵਾਨ ਆ, ਪਰ ਪ੍ਰੋਬਲਮ ਤੇਰੀ ਪਤਾ ਕੀ ਹੈ, ਤੂੰ ਹੰਕਾਰੀ ਆ।
ਤੂੰ ਦੂਜਿਆਂ ਦਾ ਫਾਇਦਾ ਘੱਟ ਪਹੁੰਚਾਉਣਾ, ਆਪਣੀ ਜਿੱਤ ਦਾ ਢੰਡੋਰਾ ਜ਼ਿਆਦਾ ਪਿੱਟਦਾ, ਤੇ ਤੇਰੇ ਹੰਕਾਰ ਦੇ ਕਰਕੇ ਕੋਈ ਲਾਭ ਨਹੀਂ ਹੋ ਰਿਹਾ ਕਿਸੇ ਨੂੰ। ਇਹ ਗੱਲ ਆਸਾ ਦੀ ਵਾਰ ਵਿੱਚ ਵੀ ਨੋਟ ਕੀਤੀ ਗਈ ਵੀ ਜਿੰਨਾ ਮਰਜ਼ੀ ਪੜ੍ਹ ਲਾ, ਲਿਖ ਲਾ, ਪਰ ਜੇ ਤੇਰੇ ਅੰਦਰ ਇਹ ਕਿਣਕਾ ਨਹੀਂ ਵੀ ਮੈਂ ਕਿਸੇ ਦੂਸਰੇ ਨੂੰ ਉਹਦਾ ਭਲਾ ਕਰਨਾ, ਤਾਂ ਫਿਰ ਕੋਈ ਫਾਇਦਾ ਨਹੀਂ। ਹੁਣ ਟੀਚਰ ਹੈ ਪੜ੍ਹਾਉਣ ਵਾਲਾ, ਤੇ ਜੇ ਉਹਨੂੰ ਬਸ ਲਾਲਚ ਹੋਵੇ ਪੈਸੇ ਦਾ ਹੀ, ਧਨ ਦੌਲਤ ਦਾ ਹੀ, ਫਿਰ ਕੀ ਫਾਇਦਾ। ਉਹਨੂੰ ਲਾਲਚ ਹੋਵੇ ਸਿੱਖਿਆ ਦੇਣ ਦਾ, ਗੱਲ ਤਦ ਬਣਦੀ ਹੈ। ਅੱਜ ਜਿਵੇਂ ਸਕੂਲ ਹੈ, ਪ੍ਰਾਈਵੇਟ ਸਕੂਲ ਹੈ ਪੰਜਾਬ ਦੇ, ਉਹਨਾਂ ਦਾ ਕੀ ਲਾਲਚ ਹੈ, ਵੱਧ ਤੋਂ ਵੱਧ ਦਾਖਲਾ ਲਓ, ਵੱਧ ਤੋਂ ਵੱਧ ਫੀਸਾਂ ਲਓ, ਵੱਧ ਤੋਂ ਵੱਧ ਪਰਿਵਾਰਾਂ ਨੂੰ ਰਗੜਾ ਚਾੜੋ, ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ, ਰਗੜਦੇ ਜਾਓ ਬਸ। ਤੁਸੀਂ ਪੜ੍ਹਾਈ ਵੱਲ ਧਿਆਨ ਨਹੀਂ ਹੈ, ਬਸ ਲੁੱਟਣ ਵੱਲ ਧਿਆਨ, ਵੀ ਲੁੱਟਣਾ ਕਿੱਦਾਂ ਲੋਕਾਂ ਨੂੰ। ਉਹ ਕਾਹਦੀ ਵਿਦਵਤਾ, ਇਹ ਵਿਦਵਤਾ ਨੁਕਸਾਨ ਪਹੁੰਚਾਉਂਦੀ। ਸੋ ਹਰ ਇੱਕ ਚੀਜ਼ ਉੱਤੇ ਇਹ ਗੱਲ ਢੁੱਕਦੀ ਹੈ। ਪੰਡਿਤ ਭਾਵ ਵਿਦਵਾਨ ਨੂੰ ਆਖਿਆ ਜਾਂਦਾ ਜਿਹਦੇ ਕੋਲ ਕਿਸੇ ਚੀਜ਼ ਦੀ ਵਿਦਵਤਾ ਹੈ, ਕਿਸੇ ਚੀਜ਼ ਦਾ ਹੁਨਰ ਹੈ, ਕਿਸੇ ਚੀਜ਼ ਦਾ ਗਿਆਨ ਹੈ। ਡਾਕਟਰਾਂ ਦੇ ਕੋਲ ਹੁਨਰ ਹੈ, ਉਹ ਮਰੇ ਹੋਏ ਬੰਦੇ ਨੂੰ ਵੀ ਜਿਉਂਦਾ ਕਰ ਸਕਦੇ ਨੇ। ਜਿਹਦੇ ਉੱਤੇ ਕੋਈ ਆਸ ਨਾ ਹੋਵੇ ਜਿਉਣ ਦੀ, ਉਹ ਵੀ ਕਈ ਵਾਰ ਠੀਕ ਹੋ ਜਾਂਦਾ। ਪਰ ਜੋ ਕਿਡਨੀਆਂ ਕੱਢ ਕੇ ਵੇਚੀ ਜਾਣ, ਬੰਦੇ ਦੀ ਬੋਡੀ ਖਾਲੀ ਕਰ ਦੇਣ, ਜਿਵੇਂ ਕਿ ਆ ਕਿੰਨਾ ਕੁਛ ਹੋਇਆ ਸਾਡੇ ਸਾਹਮਣੇ, ਤਾਂ ਫਿਰ ਇਹ ਵਿਦਵਤਾ ਦਾ ਫਾਇਦਾ ਕੀ। ਇਹ ਤਾਂ ਵਿਦਵਤਾ ਨੁਕਸਾਨ ਕਰ ਰਹੀ ਹੈ ਨਾ। ਤਾਈ ਤਾਂ ਗੁਰਬਾਣੀ 'ਚ ਆਖਿਆ ਗਿਆ ਕਿ ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰਾ। ਉਸ ਪੜ੍ਹਾਈ ਦਾ ਕੀ ਫਾਇਦਾ, ਉਸ ਪੜ੍ਹਾਈ ਨੇ ਤੇ ਹੋਰ ਮੂਰਖਤਾ ਪੈਦਾ ਕਰ ਦਿੱਤੀ। ਜਦੋਂ ਲੋਭ ਆ ਗਿਆ, ਲਾਲਚ ਆ ਗਿਆ, ਤੇ ਹੰਕਾਰ ਆ ਗਿਆ। ਹੰਕਾਰ ਵੀ ਮੇਰੇ ਨਾਲੋਂ ਵੱਧ ਗਿਆਨੀ ਕੋਈ ਨਹੀਂ, ਸਿਆਣਾ ਕੋਈ ਨਹੀਂ। ਉਹ ਭਾਵੇਂ ਕਿਸੇ ਵੀ ਕਿੱਤੇ ਵਿੱਚ ਹੋਵੇ, ਇਹ ਧਾਰਮਿਕ ਗੱਲ ਨਹੀਂ ਹੈ। ਭਾਵੇਂ ਉਹ ਕਿਸੇ ਵੀ ਕਿੱਤੇ ਦਾ ਕਿਉਂ ਨਾ ਹੋਵੇ, ਭਾਵੇਂ ਉਹ ਧਾਰਮਿਕ ਹੋਵੇ ਜਾਂ ਕਿਸੇ ਹੋਰ ਕਿੱਤੇ ਦਾ ਹੋਵੇ, ਜੇ ਉਹ ਸਮਝਦਾ ਵੀ ਮੈਂ ਬਹੁਤ ਗੁਣੀ ਗਿਆਨੀ ਹਾਂ, ਮੈਂ ਬਹੁਤ ਸਿਆਣਾ ਹਾਂ, ਸਮਝਦਾਰ ਹਾਂ, ਤੇ ਉਹ ਲਾਭ ਨਹੀਂ ਨੁਕਸਾਨ ਹੀ ਕਰਾਏਗਾ। ਤੇ ਜੇ ਲੋਭ ਆ ਗਿਆ, ਲਾਲਚ ਆ ਗਿਆ, ਲੁੱਟਣ ਦਾ ਮਨ ਹੋ ਗਿਆ, ਫਿਰ ਤਾਂ ਕੋਈ ਛੱਡ ਦੋ ਜੀ ਗੱਲ। ਫਿਰ ਬੰਦਾ ਅੰਨਾ ਹੋ ਜਾਂਦਾ। ਲਾਲਚ ਛੋਡੋ ਅੰਧਿਓ ਲਾਲਚ ਦੁੱਖ ਭਾਰੀ। ਫਿਰ ਇਨਸਾਨ ਬਲਾਈਂਡ ਹੋ ਜਾਂਦਾ, ਤੇ ਬਲਾਈਂਡ ਬੰਦੇ ਨੂੰ ਕੁਛ ਦਿਸਦਾ ਥੋੜੀ ਹੈ। ਉਹ ਤਾਂ ਫਿਰ ਗਲਤ ਕੰਮ ਕਰੀ ਜਾਂਦਾ। ਬਹੁ ਪਰਪੰਚ ਕਰ ਪਰਤਨ ਲਿਆਵੈ, ਸੁਤਦਾਰਾ ਪੈ ਆਨ ਲੁਟਾਵੈ। ਮੇਰੇ ਮਨ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਫਿਰ ਲੋਕ ਆਪਣੇ ਪਰਿਵਾਰਾਂ ਦੀ ਖਾਤਰ ਧਨ ਦੌਲਤ ਇਕੱਠਾ ਕਰਨ ਦੇ ਲਈ ਕਈ ਪਾਪ ਕਰ ਜਾਂਦੇ ਨੇ, ਪਰ ਪਿਆਰਿਓ ਨਬੇੜਾ ਤੁਹਾਡੀ ਜਿੰਦ ਨੇ ਕਰਨਾ, ਤੁਹਾਡੇ ਪਰਿਵਾਰ ਨੇ ਨਹੀਂ। ਨੁਕਸਾਨ ਇੱਥੇ ਹੀ ਹੋ ਰਿਹਾ ਸਮਾਜ ਦਾ। ਹੁਣ ਇੱਕ ਮੈਂ ਹੋਰ ਤੁਹਾਨੂੰ ਇੱਥੇ ਗੱਲ ਦੱਸ ਦੇਵਾਂ। ਪੰਜਾਬ ਦੇ ਵਿੱਚ ਦੇਹਧਾਰੀ ਗੁਰੂ ਡੰਮ ਦੀ ਪ੍ਰਪਾਟੀ ਚੱਲੀ ਲਗਾਤਾਰ। ਬਹੁਤ ਸਾਰੇ ਅਚਨਚੇਤ ਗੁਰੂ ਬਣਦੇ ਜਾ ਰਹੇ ਨੇ ਆਉਣ ਵਾਲੇ ਸਮੇਂ 'ਚ। ਉਹਨਾਂ ਨੇ ਕੀ ਕੀਤਾ, ਕਲਮਾਂ ਖਰੀਦੀਆਂ, ਕਲਮਾਂ ਖਰੀਦ ਕੇ, ਵਿਦਵਾਨਾਂ ਨੂੰ ਖਰੀਦ ਕੇ ਉਹਨਾਂ ਨੇ ਲਿਟਰੇਚਰ ਲਿਖਵਾਇਆ, ਕਿਤਾਬਾਂ ਲਿਖਵਾਈਆਂ, ਲੋਕਾਂ 'ਚ ਧੜਾ ਵੰਡੀਆਂ। ਉਹ ਲਿਖਾਰੀ ਚੰਗਾ ਵੀ ਲਿਖ ਸਕਦੇ ਸੀ, ਪਰ ਉਹਨਾਂ ਨੇ ਵਿਕਾਊ ਕਲਮ ਦੇ ਜ਼ਰੀਏ ਬਹੁਤ ਕੁਝ ਗਲਤ ਲਿਖ ਦਿੱਤਾ। ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜਿਆ, ਭਰਮਾ ਦਿੱਤਾ। ਮੁੱਖ ਦੀ ਗੱਲ ਮੈਂ ਜਿਹੜੀ ਕਰਨੀ ਚਾਹੁੰਦਾ ਵੀ ਗੁਰੂ ਅਰਜਨ ਸਾਹਿਬ ਨੇ ਜਦੋਂ ਪੰਡਤ ਦੀ ਗੱਲ ਕਹੀ, ਵਿਦਵਾਨ ਦੀ ਗੱਲ ਕਹੀ, ਹੁਨਰਬਾਜ਼ ਦੀ ਗੱਲ ਕੀਤੀ, ਤੇ ਸਤਿਗੁਰੂ ਨੇ ਕਿਹਾ ਸੋ ਪੰਡਤ ਜੋ ਮਨ ਪ੍ਰਬੁੱਧ ਹੈ। ਸਭ ਤੋਂ ਪਹਿਲਾਂ ਜਿਹੜਾ ਆਪਣੇ ਮਨ ਨੂੰ ਸਿੱਖਿਆ ਦੇਵੇ, ਆਪਾਂ ਦੂਜਿਆਂ ਨੂੰ ਦੇਣੇ। ਜੋ ਇਨਸਾਨ ਆਪਣੇ ਮਨ ਨੂੰ ਪ੍ਰਬੁੱਧੇ, ਆਪਣੇ ਮਨ ਨੂੰ ਸਿੱਖਿਆ ਦੇਵੇ। ਗੁਰਬਾਣੀ ਵਿੱਚ ਆਖਿਆ ਨਾ ਕਈ ਹੋਰ ਜਗ੍ਹਾ ਤੇ ਵੀ ਪਹਿਲਾਂ ਆਪਣੇ ਮਨ ਨੂੰ ਸਿੱਖਿਆ ਦਿਓ, ਪਾਸ਼ੇ ਅਵਰ ਜਾਵੇ, ਦੂਸਰੇ ਨੂੰ ਬਾਅਦ 'ਚ ਖੁਸ਼ ਕਰੋ। ਵੀ ਜੇ ਤੂੰ ਆਪਣੇ ਆਪ ਨੂੰ ਵਿਦਵਾਨ ਸਿਆਣਾ ਸਮਝਦਾ, ਤੇ ਸਭ ਤੋਂ ਪਹਿਲਾਂ ਖੁਦ ਨੂੰ ਸਮਝਾ। ਜੇ ਖੁਦ ਤੇਰਾ ਸਮਝ ਗਿਆ, ਮਨ ਸਮਝ ਗਿਆ, ਆਪਾਂ ਦੂਜੇ ਨੂੰ ਕਹਿੰਦੇ ਜੀ ਕ੍ਰੋਧ 'ਚ ਨਹੀਂ ਆਉਣਾ ਜੀ, ਲੋਭ ਨਹੀਂ ਕਰਨਾ ਚਾਹੀਦਾ ਜੀ, ਲਾਲਚ ਨਹੀਂ ਕਰਨਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ ਜੀ, ਚੁਗਲੀ ਨਹੀਂ ਕਰਨੀ ਜੀ ਕਿਸੇ ਦੀ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਤੇ ਜੇ ਆਪਾਂ ਖੁਦ ਵੀ ਉਹ ਕੰਮ ਕਰਨੇ ਆ, ਤਾਂ ਫਿਰ ਉਹ ਸਾਡਾ ਫਾਇਦਾ ਕੀ ਹੋਇਆ। ਬਾਬਾ ਕਬੀਰ ਸਾਹਿਬ ਨੇ ਆਪਣੀ ਪਾਵਨ ਬਾਣੀ ਵਿੱਚ ਆਖਿਆ ਨਾ ਇੱਕ ਜਗ੍ਹਾ ਤੇ, ਉਹ ਕਹਿੰਦੇ ਨੇ ਅਵਰਾਂ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਜਿਹੜੇ ਲੋਕ ਦੂਜਿਆਂ ਨੂੰ ਉਪਦੇਸ਼ ਦੇ ਕੇ ਕਹਿੰਦੇ ਨੇ ਆਹ ਕੰਮ ਨਾ ਕਰੋ, ਆਪ ਖੁਦ ਕਰਦੇ ਨੇ, ਉਹਨਾਂ ਦੇ ਮੂੰਹ ਦੇ ਵਿੱਚ ਰੇਤ ਪੈਂਦੀ ਹੈ। ਭਾਵ ਉਹਨਾਂ ਦਾ ਮੂੰਹ ਹੀ ਬੰਦ ਕਰ ਦਿਓ, ਸੁਣਨਾ ਨਹੀਂ ਉਹਨਾਂ ਨੂੰ। ਅਵਰਾਂ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਉਹ ਦੂਜਿਆਂ ਵੱਲ ਧਿਆਨ ਦੇਣ ਦੀ ਬਜਾਏ ਆਪਣਾ ਘਰ ਦੇਖੋ। ਤੁਹਾਡਾ ਆਪਣਾ ਘਰ ਬਰਬਾਦ ਹੋ ਰਿਹਾ।
ਪਰ ਬਹੁਤ ਸਾਰੇ ਲੋਕ ਨੇ ਉਹ ਆਪਣੇ ਘਰ 'ਚ ਲੱਗੀ ਹੋਈ ਅੱਗ ਨੂੰ ਨਹੀਂ ਬੁਝਾਉਂਦੇ ਨੇ, ਪਰ ਦੂਜਿਆਂ ਵੱਲ ਉਹ ਧਿਆਨ ਰੱਖਦੇ। ਇਸੇ ਲਈ ਅਸੀਂ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦੇ ਪਾਉਂਦੇ, ਅਸੀਂ ਦੂਜਿਆਂ ਵੱਲ ਜ਼ਿਆਦਾ ਧਿਆਨ ਦਿੰਦੇ। ਫਲਾਣੇ ਦੀ ਧੀ ਕੀ ਕਰਦੀ, ਫਲਾਣੇ ਦਾ ਪੁੱਤ ਕੀ ਕਰਦਾ, ਫਲਾਣੇ ਦਾ ਮੁੰਡਾ ਕੀ ਕਰਦਾ, ਫਲਾਣੇ ਦੀ ਘਰਵਾਲੀ ਕੀ ਕਰਦੀ, ਫਲਾਣਾ ਕੀ ਕਰਦਾ। ਸਾਨੂੰ ਆਪਣੇ ਪਰਿਵਾਰ ਵੱਲ ਧਿਆਨ ਦੇਣਾ ਚਾਹੀਦਾ, ਆਪਣੇ ਘਰ ਵੱਲ ਧਿਆਨ ਦੇਣਾ ਚਾਹੀਦਾ। ਆਪਣੇ ਘਰ ਨੂੰ ਸਵਰਗ ਬਣਾਓ, ਦੂਜਿਆਂ ਤੋਂ ਤੁਸੀਂ ਕੀ ਲੈਣਾ ਦੇਣਾ। ਦੂਜਿਆਂ ਨੂੰ ਤੁਸੀਂ ਤਾਂ ਸਮਝਾਓ ਜੇਕਰ ਤੁਸੀਂ ਸਹੀ ਹੋ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਪੰਡਤ ਉਹੀ ਹੈ ਜਿਹੜਾ ਆਪਣਾ ਮਨ ਪ੍ਰਬੋਧੇ, ਆਪਣੇ ਮਨ ਨੂੰ ਸਿੱਖਿਆ ਦੇ। ਜਿਹਦਾ ਆਪਣਾ ਮਨ ਕੰਟਰੋਲ 'ਚ ਹੈ ਉਹ ਪੰਡਤ ਹੈ। ਇਹ ਨਹੀਂ ਦੂਜਿਆਂ ਨੂੰ ਸਿੱਖਿਆਵਾਂ ਦੇ ਰਿਹਾ ਤੂੰ। ਜਿਹਦਾ ਆਪਣਾ ਮਨ ਕੰਟਰੋਲ 'ਚ ਹੈ ਉਹੀ ਪੰਡਤ ਹੈ। ਦੂਜਿਆਂ ਨੂੰ ਸਿੱਖਿਆਵਾਂ ਰਾਤ ਦਿਨ ਦੇਈ ਗਏ ਰੱਬ ਦੀਆਂ, ਆਪ ਬਾਅਦ 'ਚ ਜੇਲ੍ਹਾਂ ਦੇ ਵਿੱਚ ਹੈ। ਕੀ ਫਾਇਦਾ ਹੋਇਆ ਦੱਸੋ। ਇਕੱਲਾ ਕਹਿੰਦੇ ਕਾਮ ਤੋਂ ਬਚੋ, ਆਪ ਵੀ ਬਚਣਾ। ਆਪਣੇ ਆਪ ਦੇ ਉੱਤੇ ਬਾਅਦ 'ਚ ਬਲਾਤਕਾਰ ਦੇ ਕੇਸ ਪਏ ਨੇ ਜੇਲ੍ਹਾਂ 'ਚ। ਸਤਿਗੁਰੂ ਕਹਿੰਦੇ, ਸੋ ਪੰਡਤ ਵਿਦਵਾਨ ਉਹੀ ਹੈ ਮੇਨ ਜੋ ਮਨ ਪ੍ਰਬੁੱਧ ਹੈ, ਜਿਹੜਾ ਆਪਣੇ ਮਨ ਨੂੰ ਸਿੱਖਿਆ ਦੇ। ਰਾਮ ਨਾਮ ਆਤਮ ਮਹਿ ਸੋਧੈ, ਰਾਮ ਨਾਮ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚੋਂ ਭਾਲੇ, ਆਪਣੇ ਮਨ ਵਿੱਚੋਂ ਖੋਜੇ ਵੀ ਪਰਮਾਤਮਾ ਦਾ ਜਿਹੜਾ ਨਾਮ ਹੈ, ਪਿਆਰੇ ਦਾ ਜਿਹੜਾ ਨਾਮ ਹੈ, ਉਹ ਮੇਰੇ ਆਪਣੇ ਅੰਦਰ ਹੈ, ਨਾ ਕਿ ਕਿਤੇ ਬਾਹਰ ਹੈ। ਮਤਲਬ ਕਹਿਣ ਦਾ ਵੀ ਹਰ ਇੱਕ ਇਨਸਾਨ ਦੇ ਅੰਦਰ ਰੱਬ ਦੀ ਜੋਤ ਜਗ ਰਹੀ ਹੈ। ਉਹਦਾ ਚਾਨਣ ਆਪਣੇ ਅੰਦਰੋਂ ਲੱਭਣਾ, ਉਹਦਾ ਪ੍ਰਕਾਸ਼ ਆਪਣੇ ਅੰਦਰੋਂ ਲੱਭਣਾ, ਉਹ ਕਿਤੇ ਬਾਹਰ ਨਹੀਂ ਗਿਆ ਹੋਇਆ। ਤੇ ਉਹ ਕਾਹਦਾ ਵਿਦਵਾਨ ਸੱਜਣ ਜਿਹੜਾ ਆਪ ਹਨੇਰੇ ਵਿੱਚ ਜ਼ਿੰਦਗੀ ਜੂ ਰਿਹਾ। ਹੁਣ ਮੈਂ ਤੁਹਾਡਾ ਧਿਆਨ ਦਿਵਾਉਣਾ ਜੀ ਗਿਆਨੀ ਦਿੱਤ ਸਿੰਘ ਵੱਲ। ਗਿਆਨੀ ਦਿੱਤ ਸਿੰਘ ਨੇ ਦਇਆਨੰਦ ਸਰਸਵਤੀ ਨੂੰ ਹਰਾਇਆ 3 ਵਾਰ। ਆਰੀਆ ਸਮਾਜ ਦਾ ਜਿਹੜਾ ਮੋਢੀ ਹੈ, ਕਿਉਂਕਿ ਉਹਦੇ ਮਨ ਵਿੱਚ ਹੰਕਾਰ ਸੀ ਵੀ ਮੈਂ ਬਹੁਤ ਵਿਦਵਾਨ ਹਾਂ ਤੇ ਮੇਰੇ ਨਾਲ ਕੋਈ ਇਨਸਾਨ ਜਿਹੜਾ ਉਹ ਗੋਸ਼ਟੀ ਕਰਕੇ ਜਿੱਤ ਹੀ ਨਹੀਂ ਸਕਦਾ। ਪਰ ਗਿਆਨੀ ਦਿੱਤ ਸਿੰਘ ਨੇ ਗੁਰਮਤ ਦੇ ਆਧਾਰ ਉੱਤੇ ਉਹਦੀਆਂ ਗੱਲਾਂ ਨੂੰ ਗਲਤ ਸਿੱਧ ਕਰ ਦਿੱਤਾ। ਹੈਰਾਨੀ ਪਤਾ ਕੀ ਹੁੰਦੀ ਹੈ, ਜਿੱਤਿਆ ਹੋਇਆ ਹਾਰ ਗਿਆ, ਹਾਰਿਆ ਹੋਇਆ ਜਿੱਤ ਗਿਆ। ਜਿੱਤੇ ਹੋਏ ਨੂੰ ਆਪਾਂ ਹਰਾ ਦਿੱਤਾ। ਆਪਾਂ ਗਿਆਨੀ ਦਿੱਤ ਸਿੰਘ ਨੂੰ ਯਾਦ ਨਹੀਂ ਰੱਖਦੇ, ਪਰ ਉਹਨਾਂ ਨੇ ਆਰੀਆ ਸਮਾਜੀਆਂ ਨੇ ਉਹਦੇ ਨਾਮ ਉੱਤੇ ਕਾਲਜ, ਯੂਨੀਵਰਸਿਟੀਆਂ, ਸਕੂਲ ਆਦਿ ਖੋਲ੍ਹ ਦਿੱਤੇ। ਨਾਮ ਹੈ ਪੂਰਾ, ਦੇਖੋ। ਪਰ ਸਿੱਖਾਂ ਨੇ ਆਪਣੇ ਵਿਦਵਾਨਾਂ ਨੂੰ ਨਹੀਂ ਸਾਂਭਿਆ, ਆਪਣੇ ਹਿਸਟੋਰੀਅਨਾਂ ਨੂੰ ਜਿਹੜੇ ਸੀ, ਇਤਿਹਾਸਕਾਰ ਸੀ ਜਿਹੜੇ, ਉਹਨਾਂ ਨੂੰ ਨਹੀਂ ਸਾਂਭਿਆ। ਜਿਹੜੇ ਖੁਦ ਹਨੇਰੇ 'ਚ ਤੁਰੇ ਫਿਰਦੇ ਰਹੇ ਉਹ ਅੱਜ ਵੀ ਜੇਤੂ ਹੈ। ਪਰ ਜਿਨ੍ਹਾਂ ਦੇ ਆਪਣੇ ਅੰਦਰ ਚਾਨਣ ਸੀ, ਪ੍ਰਕਾਸ਼ ਸੀ, ਤੇ ਦੂਜਿਆਂ ਨੂੰ ਉਹਨਾਂ ਨੇ ਚਾਨਣ ਦਿੱਤਾ, ਪ੍ਰਕਾਸ਼ ਦਿੱਤਾ। ਯਾਦ ਹੋਵੇ ਤੁਹਾਨੂੰ ਕਿ ਜਦੋਂ ਅੰਮ੍ਰਿਤਸਰ ਦੇ ਸ਼ਹਿਰ ਵਿੱਚ ਸਿੱਖਾਂ ਦੇ 3 ਬੱਚਿਆਂ ਨੇ ਕਿਹਾ ਸੀ ਅਸੀਂ ਸਿੱਖ ਧਰਮ ਛੱਡ ਕੇ ਈਸਾਈ ਧਰਮ ਕਬੂਲ ਕਰਨ ਲੱਗੇ ਹਾਂ, ਤਾਂ ਉਸ ਟਾਈਮ ਪੂਰੇ ਪੰਜਾਬ ਵਿੱਚ ਅੱਗ ਲੱਗ ਗਈ ਸੀ। ਫਿਕਰ ਪੈ ਗਿਆ ਸੀ ਸਿੱਖਾਂ ਨੂੰ ਕਿ ਸਾਡੇ ਬੱਚੇ ਹੌਲੀ ਹੌਲੀ ਇਸ ਪਾਸੇ ਤੁਰ ਪਏ ਤੇ ਪਨੀਰੀ ਖਤਮ ਹੋ ਜਾਏਗੀ। ਤੇ ਜੇ ਗਿਆਨੀ ਦਿੱਤ ਸਿੰਘ ਵਰਗੇ ਉਸ ਟਾਈਮ ਹਮਲਾ ਨਾ ਮਾਰਦੇ ਤੇ ਸ਼ਾਇਦ ਅਸੀਂ ਅੱਜ ਨਾ ਹੁੰਦੇ। ਪਰ ਉਹਨਾਂ ਨੇ ਆਪਣੇ ਅੰਦਰ ਵੀ ਚਾਨਣ ਕੀਤਾ। ਜਿਹੜਾ ਉਹਨਾਂ ਦੇ ਕੋਲ ਗਿਆਨ ਸੀ, ਜਿਹੜੀ ਵਿਦਵਤਾ ਸੀ, ਉਹਦੇ ਨਾਲ ਉਹਨਾਂ ਨੇ ਐਸਾ ਪ੍ਰਚਾਰ ਕੀਤਾ, ਐਸੀ ਹਨੇਰੀ ਲਿਆਂਦੀ ਸ੍ਰੀ ਗੁਰੂ ਸਿੰਘ ਸਭਾ ਲਹਿਰ ਦੇ ਤਹਿਤ ਕਿ ਘਰ ਘਰ ਦੇ ਵਿੱਚ ਸਿੱਖੀ ਦਾ ਪ੍ਰਕਾਸ਼ ਹੋ ਗਿਆ। ਉਹ ਗੱਲ ਵੱਖਰੀ ਹੈ ਕਿ ਅੱਜ ਹਾਲਾਤ ਫਿਰ ਜਿਹੜੇ ਆ ਉਹ ਬਦਲਦੇ ਜਾ ਰਹੇ ਆ, ਵਿਗੜਦੇ ਜਾ ਰਹੇ ਆ। ਅਸੀਂ ਨਹੀਂ ਆਪਣੇ ਘਰ-ਬਾਰ ਸਾਂਭ ਰਹੇ। ਸਤਿਗੁਰੂ ਗੁਰੂ ਅਰਜਨ ਸਾਹਿਬ ਅੱਗੇ ਕਹਿੰਦੇ ਨੇ, ਰਾਮ ਨਾਮ ਸਾਰ ਰਸ ਪੀਵੈ। ਜਿਹੜਾ ਇਨਸਾਨ ਪਰਮਾਤਮਾ ਦੇ ਨਾਮ ਦਾ ਮਿੱਠਾ ਸਵਾਦ ਚੱਖਦਾ ਹੈ। ਵੈਸੇ ਰੱਬ ਦਾ ਨਾਮ ਹੈ ਤਾਂ ਮਿੱਠਾ ਹੀ ਹੈ, ਪਰ ਜਿਹਨੂੰ ਮਿੱਠਾ ਲੱਗ ਜਾਏ ਉਹਦੀ ਤਾਂ ਗੱਲ ਹੀ ਵੱਖਰੀ ਹੈ। ਜ਼ਿਆਦਾਤਰ ਅਸੀਂ ਘੇਸ ਵੱਟ ਲੈਂਦੇ ਹਾਂ ਜਦੋਂ ਰੱਬ ਦੇ ਨਾਮ ਦੀ ਗੱਲ ਹੁੰਦੀ ਹੈ, ਪਰਮਾਤਮਾ ਦੀ ਗੱਲ ਹੁੰਦੀ, ਕਿਉਂਕਿ ਉਹਦੇ ਲਈ ਸਾਡੇ ਕੋਲ ਟਾਈਮ ਨਹੀਂ। ਜ਼ਿਆਦਾ ਟਾਈਮ ਅਸੀਂ ਵੇਸਟ ਚੀਜ਼ਾਂ ਉੱਤੇ ਵੇਖਣ ਵਿੱਚ, ਸੁਣਨ ਵਿੱਚ, ਕਰਨ ਵਿੱਚ ਗਵਾ ਦਿੰਦੇ ਹਾਂ। ਪਰ ਚੰਗੇ ਕੰਮ ਦੇ ਵਿੱਚ ਸਵਾਦ ਸਾਰਿਆਂ ਨੂੰ ਨਹੀਂ ਆਉਂਦਾ। ਇਹਦਾ ਮਤਲਬ ਹੈ ਕਿ ਉਹ ਪੰਡਤ ਹੈ, ਵਿਦਵਾਨ ਹੈ, ਜਿਹਨੂੰ ਰੱਬ ਦੇ ਨਾਮ 'ਚ ਸਵਾਦ ਆਵੇ, ਜਿਹਨੂੰ ਰੱਬ ਦੇ ਕੰਮ 'ਚ ਸਵਾਦ ਆਵੇ। ਕਿਸੇ ਦਾ ਭਲਾ ਕਰਨ ਵਿੱਚ ਚੰਗਾ ਲੱਗੇ ਉਹਨੂੰ, ਕਿਸੇ ਦਾ ਬੁਰਾ ਕਰਨ ਵਿੱਚ ਉਹਨੂੰ ਜ਼ਹਿਰ ਵਰਗਾ ਕੌੜਾ ਲੱਗੇ। ਪਰ ਨਹੀਂ, ਅੱਜ ਦਾ ਸਮਾਂ ਇਹ ਹੈ ਅਸੀਂ ਦੂਸਰਿਆਂ ਦਾ ਭਲਾ ਕਰਨਾ ਮਾੜਾ ਸਮਝਦੇ ਹਾਂ, ਬੁਰਾ ਕਰਨਾ ਚੰਗਾ ਸਮਝਦੇ ਹਾਂ। ਪਰ ਰੱਬ ਦਾ ਜਿਹੜਾ ਪਿਆਰਾ ਹੈ ਉਹ ਕੀ ਕਹਿੰਦਾ? ਉਹ ਕਹਿੰਦਾ ਨਹੀਂ, ਆਪਾਂ ਦੁਨੀਆ ਦਾ ਚੰਗਾ ਕਰਨਾ, ਸਾਨੂੰ ਕੋਈ ਪਰਵਾਹ ਨਹੀਂ। ਅਸੀਂ ਕਿਸੇ ਦਾ ਭਲਾ ਕਰਕੇ ਜਾਣਾ, ਬੁਰਾ ਕਰਕੇ ਵੀ ਮਰ ਜਾਣਾ, ਭਲਾ ਕਰਕੇ ਵੀ ਮਰ ਜਾਣਾ, ਤੇ ਕਿਉਂ ਨਾ ਅਸੀਂ ਕਿਸੇ ਦਾ ਚੰਗਾ ਕਰਕੇ ਮਰੀਏ। ਇਤਿਹਾਸ ਪੜ੍ਹ ਕੇ ਦੇਖ ਲਿਓ,
ਸੁੱਚਾ ਆਨੰਦ ਨੂੰ ਲਾਹਨਤਾਂ ਪਈਆਂ ਕਿ ਨਹੀਂ ਪਈਆਂ? ਸਾਹਿਬਜ਼ਾਦਿਆਂ ਨੇ ਸਪਸ਼ਟ ਕਿਹਾ ਸੀ, ਸੁੱਚੇ ਆਨੰਦ ਤੇਰਾ ਨਾਮ ਸੁੱਚਾ ਆਨੰਦ ਹੈ, ਕਰਤੂਤਾਂ ਨਹੀਂ ਪਰ ਤੇਰੀਆਂ ਸੁੱਚੇ ਆਨੰਦ ਵਰਗੀਆਂ। ਕਿਉਂਕਿ ਜਿਹੜੇ ਤੂੰ ਕੰਮ ਕੀਤੇ ਨੇ, ਜਿਹੜੇ ਤੂੰ ਕੰਮ ਕਰ ਰਿਹਾ, ਇਹ ਰਹਿੰਦੀ ਦੁਨੀਆ ਤੱਕ ਯਾਦ ਰਹਿਣੇ ਨੇ। ਤੇਰੇ ਮੂੰਹ ਤੇ ਲਾਹਨਤਾਂ ਪੈਂਦੀਆਂ ਰਹਿਣੀਆਂ, ਲੋਕੀ ਤੇਰੇ ਮੂੰਹ ਤੇ ਥੁੱਕਦੇ ਰਹਿਣਗੇ। ਔਰ ਐਸਾ ਹੋਇਆ। ਨਵੰਬਰ ਦਾ ਮਹੀਨਾ ਜਾ ਰਿਹਾ, ਨਵੰਬਰ ਦੇ ਮਹੀਨੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆ ਪਿਆਰਿਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਖੂਨ ਡੋਲ ਕੇ ਕਿਸੇ ਨੂੰ ਬਚਾਇਆ ਸੀ। ਉਹਨਾਂ ਨੂੰ ਕੁਰਬਾਨੀ ਕਰਨ ਵਿੱਚ ਸਵਾਦ ਆਇਆ। ਪਰ ਬਹੁਤ ਸਾਰੇ ਲੋਕ ਨੇ ਜਿਹੜੇ ਕਿਸੇ ਦੀ ਕੁਰਬਾਨੀ ਲੈ ਕੇ ਸਵਾਦ ਲੈਂਦੇ ਨੇ, ਪਰ ਬਹੁਤ ਘੱਟ ਹੁੰਦੇ ਨੇ ਜਿਨ੍ਹਾਂ ਨੂੰ ਕੁਰਬਾਨੀ ਕਰਕੇ ਸਵਾਦ ਆਉਂਦਾ ਵੀ ਆਪਣਾ ਨਹੀਂ, ਬਗਾਨੇ ਲਈ ਕੁਝ ਕਰੋ, ਦੂਜਿਆਂ ਲਈ ਕੁਝ ਕਰੋ। ਜਿਵੇਂ ਭਾਈ ਮਨੀ ਸਿੰਘ ਨੇ ਕਿਹਾ ਸੀ ਜਲਾਦ ਨੂੰ, ਸੁਨੋ ਜਲਾਦ ਖੁਦਾ ਕੇ ਪਿਆਰੇ ਹੈ ਸਵਾਬ ਤੁਮ ਤਾਈ, ਜੋ ਤੁਮ ਕਹੋ अंग तुम मेरे काटो तैस बनाई, छोटे बड़े अंग जो तन के जुदे जुदे सब कीजो, भला तुम्हारा खुदाए कर हो हम संग तुम इम सीजो। कहते रब तेरा भला करेगा, मेरे नाल इस तरह कर, भाव के तू अपने मालक दा हुक्म वजाई जा। मैं अपने मालक दा हुक्म वजाउना, मैं अपने मालक दे विच बहुत खुश हाँ। ऐदां दा जे जीवन बने तो वेखियो किन्नी रंगत लगदी है। ਕਿਸੇ ਦਾ ਨੁਕਸਾਨ ਕਰਕੇ ਸਵਾਦ ਨਹੀਂ ਲੈਣਾ ਆਪਾਂ, ਕਿਸੇ ਦਾ ਭਲਾ ਕਰਕੇ ਨਾ, ਕਿਸੇ ਦਾ ਚੰਗਾ ਕਰਕੇ ਮਾਲਕ ਦੇ ਚਰਨਾਂ 'ਚ ਅਰਜ਼ੋਈ ਕਰਨੀ, ਵਾਹਿਗੁਰੂ ਸਾਥੋਂ ਕਿਸੇ ਦਾ ਚੰਗਾ ਕਰਾਵੀਂ, ਹੇ ਮਾਲਕਾ ਸਾਥੋਂ ਕਦੇ ਵੀ ਕਿਸੇ ਦਾ ਬੁਰਾ ਨਾ ਹੋਵੇ। ਉਸ ਪੰਡਤ ਕੈ ਉਪਦੇਸ਼ ਜਗ ਜੀਵੈ। ਹੁਣ ਇਹੋ ਜਿਹਾ ਜਿਹੜਾ ਬੰਦਾ, ਇਹੋ ਜਿਹਾ ਜਿਹੜਾ ਇਨਸਾਨ ਆ ਜਿਹਦਾ ਆਪਣਾ ਜੀਵਨ ਸੁਧਰਿਆ, ਜਿਹੜਾ ਕੁਝ ਸਮਾਜ ਲਈ ਕਰ ਰਿਹਾ, ਉਹਦੇ ਉਪਦੇਸ਼ਾਂ ਨਾਲ ਸੰਸਾਰ ਨੂੰ ਜੀਵਨ ਮਿਲਦਾ। ਹੁਣ ਜੋ ਉਹ ਆਪਣੇ ਮੂੰਹ ਤੋਂ ਬਚਨ ਕਰਦੇ ਨੇ ਦੁਨੀਆ ਨੂੰ ਚੰਗਾ ਲੱਗਦਾ, ਸੰਸਾਰ ਨੂੰ ਵੀ ਤਾਦੀ ਫਾਇਦਾ ਜੇਕਰ ਉਹਦੇ ਆਪਣੇ ਅੰਦਰ ਕੁਝ ਹੈ। ਹੁਣ ਜੋ ਉਹ ਕਹੇਗਾ ਦੁਨੀਆ ਫੋਲੋ ਕਰੇਗੀ, ਮੰਨੇਗੀ ਦੁਨੀਆ ਉਹਨੂੰ ਵੀ ਨਹੀਂ ਉਹ ਬੰਦਾ ਰੱਬ ਨਾਲ ਜੁੜਿਆ, ਰੱਬ ਦੀਆਂ ਗੱਲਾਂ ਕਰਨ ਵਾਲਾ, ਸੰਸਾਰ ਲਈ ਕੁਝ ਕਰਨ ਵਾਲਾ। ਤੇ ਅਸੀਂ ਤਾਂ ਜੇ ਤੀਲਾ ਤੋੜ ਕੇ ਇਦਾਂ ਨਹੀਂ ਕਰ ਸਕਦੇ ਤੇ ਦੁਨੀਆ ਨੇ ਸਾਡੀ ਕੀ ਗੱਲ ਮੰਨਣੀ। ਸੋ ਸੰਸਾਰ ਲਈ ਵੀ ਗੁਰੂ ਅਰਜਨ ਸਾਹਿਬ ਕਹਿੰਦੇ ਉਹੀ ਕੁਝ ਚੰਗਾ ਕਰ ਸਕਦਾ ਜਿਹੜਾ ਆਪਣੇ ਲਈ ਕੁਝ ਚੰਗਾ ਕਰ ਰਿਹਾ। ਜਿਹੜੇ ਆਪਣੇ ਆਪ ਨੂੰ ਨਹੀਂ ਸੁਧਾਰਿਆ ਉਹ ਦੁਨੀਆ ਨੂੰ ਸੁਧਾਰਨ ਤੁਰ ਪਏ ਤਾਂ ਕੀ ਫਾਇਦਾ। ਨਹੀਂ, ਬਾਹਰੋਂ ਨਹੀਂ, ਆਪਣੇ ਅੰਦਰੋਂ ਵੀ ਚੰਗੇ ਬਣਨਾ ਸੀ। ਹਰ ਕੀ ਕਥਾ ਹਿਰਦੈ ਬਸਾਵੈ, ਆਪਣੇ ਹਿਰਦੇ ਵਿੱਚ ਪਰਮਾਤਮਾ ਦੀਆਂ ਸਿਫਤ ਸਲਾਹ ਦੀਆਂ ਬਾਤਾਂ ਨੂੰ ਵਸਾ ਕੇ ਰੱਖੇ। ਸੋ ਪੰਡਤ ਫਿਰ ਜੋਨ ਨਾ ਆਵੈ, ਐਸੇ ਪੰਡਤ ਦਾ ਜੰਮਣ ਮਰਨ ਦਾ ਗੇੜ ਗੁਰੂ ਅਰਜਨ ਸਾਹਿਬ ਕਹਿੰਦੇ ਬਿਲਕੁਲ ਖਤਮ ਹੋ ਜਾਂਦਾ। ਵੇਦ ਪੁਰਾਣ ਸਿਮਰਤ ਬੂਝੈ ਮੂਲ ਭਾਵ ਮੁੱਢ। ਜਿਹੜੀਆਂ ਧਾਰਮਿਕ ਕਿਤਾਬਾਂ ਨੇ, ਧਾਰਮਿਕ ਸ਼ਾਸਤਰ ਨੇ, ਧਾਰਮਿਕ ਗ੍ਰੰਥ ਨੇ, ਉਹਨਾਂ ਦਾ ਮੁੱਢ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਾਣੇ। ਜੇ ਉਹ ਗਲਤ ਨੇ ਤਾਂ ਉਹਨਾਂ ਨੂੰ ਗਲਤ ਕਹੇ, ਜੇ ਉਹ ਸਹੀ ਨੇ ਤਾਂ ਉਹਨਾਂ ਨੂੰ ਸਹੀ ਕਹੇ, ਪਰ ਮੁੱਢ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਾਣੇ ਵੀ ਮੁੱਢ ਅਕਾਲ ਪੁਰਖ ਵਾਹਿਗੁਰੂ ਹੈ, ਮੁੱਢ ਉਹ ਹੈ, ਨਿਰੰਕਾਰ ਹੈ। ਇਹ ਨਹੀਂ ਵੀ ਆਪਾਂ ਜੋ ਕਿਸੇ ਨੇ ਲਿਖ ਦਿੱਤਾ ਤੇ ਉਹਨੂੰ ਫੋਲੋ ਕਰਨਾ ਸ਼ੁਰੂ ਕਰ ਦੇਣਾ। ਮੁੱਢ ਉਹਨੂੰ ਮੰਨਣਾ ਵੀ ਵਾਕਈ ਜੋ ਅਸੀਂ ਪੜ੍ਹ ਰਹੇ ਹਾਂ, ਜੋ ਅਸੀਂ ਲਿਖ ਰਹੇ ਹਾਂ, ਉਹਦੇ ਵਿੱਚ ਕੋਈ ਸੱਚਾਈ ਹੈ। ਹੁਣ ਕਿੰਨੇ ਗ੍ਰੰਥ ਨੇ, ਕਿੰਨੀਆਂ ਕਿਤਾਬਾਂ ਨੇ, ਉਲਟ ਪਾਸੇ ਲੈ ਕੇ ਜਾਂਦੇ ਨੇ ਸਾਰੇ। ਵਹਿਮ ਕਰੋ ਜੀ, ਭਰਮ ਕਰੋ ਜੀ, ਕਰਮਕਾਂਡ ਕਰੋ ਜੀ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਕੋ ਹੀ ਗੱਲ ਕਰਦੇ ਨੇ ਕਿ ਪਿਆਰਿਆ ਸਾਰੇ ਕੰਮ ਛੱਡ ਕੇ ਇੱਕ ਪਰਮਾਤਮਾ ਦਾ ਨਾਮ ਜਪ, ਉਹਨੂੰ ਯਾਦ ਕਰ। ਗੁਰਬਾਣੀ ਦਾ ਇੱਕ ਵਚਨ ਆਉਂਦਾ ਨਾ ਜੀ, ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਓ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਬਾਕੀ ਸਾਰੇ ਕੰਮ ਜਿਹੜੇ ਨੇ ਉਹ ਨਿਰਾਫਲ ਨੇ, ਫਲ ਰਹਿਤ ਨੇ, ਕੋਈ ਫਲ ਨਹੀਂ ਮਿਲਣਾ ਉਹਨਾਂ ਦਾ ਜਿਹੜੇ ਕੰਮ ਕਰੇ। ਜਪੋ ਤਾਂ ਏਕੋ ਨਾਮਾ, ਇੱਕ ਨਾਮ ਜਪੋ, ਇੱਕ ਰੱਬ ਨੂੰ ਯਾਦ ਰੱਖੋ, ਉਹਦੇ ਗੁਣਾਂ ਨਾਲ ਆਪਣੀ ਸਾਂਝ ਪਾ ਕੇ ਰੱਖੋ। ਵੇਖਿਓ ਕਿੱਦਾਂ ਰਹਿਮਤਾਂ ਵਰਸਦੀਆਂ ਨੇ, ਕਿਵੇਂ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ। ਸੂਖਮ ਮੈਂ ਜਾਣੈ ਅਸਤੂਲ, ਜਿਹਨੂੰ ਇਹ ਸਮਝ ਲੱਗ ਜਾਏ ਆਹ ਦਿਸਦਾ ਹੋਇਆ ਸਾਰਾ ਸੰਸਾਰ ਅਣ ਦਿਸਦੇ ਹੋਏ ਅਕਾਲ ਪੁਰਖ ਵਾਹਿਗੁਰੂ ਦੇ ਆਸਰੇ ਤੇ ਚੱਲ ਰਿਹਾ ਹੈ। ਆਹ ਜਿਹੜੀ ਦੁਨੀਆ ਚੱਲ ਰਹੀ ਹੈ ਨਾ, ਸਾਰੀ ਅਕਾਲ ਪੁਰਖ ਵਾਹਿਗੁਰੂ ਦੇ ਆਸਰੇ ਤੇ, ਉਸ ਨਿਰੰਕਾਰ ਦੇ ਓਟ ਆਸਰੇ ਸਦਕਾ ਹੈ। ਤੇ ਇਸ ਸੰਸਾਰ ਉਹਦੇ ਤੋਂ ਬਗੈਰ ਹੈ ਹੀ ਕਿਸੇ ਜੋਗਾ ਨਹੀਂ। ਜੇ ਉਹ ਪ੍ਰਮਾਤਮਾ ਆਪਣਾ ਆਸਰਾ ਚੱਕ ਲਏ ਤਾਂ ਦੁਨੀਆ ਏਦਾਂ ਡਿੱਗ ਪਏਗੀ ਜਿਵੇਂ ਬਗੈਰ ਥੰਮੀਆਂ ਤੋਂ ਛੱਤ ਡਿੱਗ ਪੈਂਦੀ ਹੈ, ਉਹ ਕਿਸੇ ਜੋਗੀ ਨਹੀਂ। ਸੋ ਨਿਰੰਕਾਰ ਵਾਹਿਗੁਰੂ ਪਰਮਾਤਮਾ ਦੇ ਓਟ ਆਸਰੇ ਤੇ ਸਾਰੀ ਦੁਨੀਆ ਖੜੀ, ਸਾਰਾ ਸੰਸਾਰ ਖੜਾ। ਉਹਦੇ ਤੋਂ ਬਗੈਰ ਵਾਕਈ ਪਿਆਰਿਓ ਆਪਾਂ ਕਿਸੇ ਜੋਗੇ ਵੀ ਨਹੀਂ। ਇਸ ਲਈ ਗੁਰਬਾਣੀ ਵਿੱਚ ਆਖਿਆ ਗਿਆ ਪਰਮੇਸ਼ਰ ਕਾ ਆਸਰਾ। ਆਸਰਾ ਹੈ ਤਾਂ ਕੇਵਲ ਇੱਕ ਰੱਬ ਦਾ, ਇੱਕ ਪਰਮੇਸ਼ਰ ਦਾ।
ਬੰਦਿਆਂ ਦਾ ਨਹੀਂ ਚਾਹੀਦਾ। ਮਾਨੁ ਕੀ ਟੇਕ ਬਿਰਤੀ ਸਭ ਜਾਣ। ਲੋਕਾਂ ਦੇ ਆਸਰੇ ਨਹੀਂ ਚਾਹੀਦੇ। ਲੋਕ ਅੱਜ ਆਸਰਾ ਦੇ ਕੇ ਪਤਾ ਨਹੀਂ ਕਦੋਂ ਕਿਸੇ ਨੇ ਤੁਹਾਨੂੰ ਪੌੜੀ ਤੇ ਚੜਾ ਕੇ ਪੌੜੀ ਖਿੱਚ ਲੈਣੀ ਹੇਠਾਂ, ਤੁਸੀਂ ਡਿੱਗ ਪਾਓਗੇ। ਅਸਮਾਨ ਤੇ ਚੜਾ ਕੇ ਤੁਹਾਨੂੰ ਹੇਠਾਂ ਸੁੱਟਣਗੇ। ਪਰ ਰੱਬ ਦਾ ਸੁਭਾਅ ਇਦਾਂ ਦਾ ਨਹੀਂ। ਪਰਮਾਤਮਾ ਜਿਹੜਾ ਉਹ ਸਭਨਾਂ ਨੂੰ ਇੱਕ ਤਰ੍ਹਾਂ ਪਿਆਰ ਕਰਦਾ ਤੇ ਕਦੇ ਧੋਖਾ ਨਹੀਂ ਦਿੰਦਾ। ਚੌਂ ਵਰਨਾ ਕੋ ਦੇ ਉਪਦੇਸ਼, ਜਿਹਦੇ ਮਨ ਵਿੱਚ ਇਹ ਨਾ ਹੋਵੇ ਵੀ ਆ ਨੀਵੀਂ ਜਾਤ ਵਾਲਾ, ਆ ਉੱਚੀ ਜਾਤ ਵਾਲਾ, ਆ ਅਮੀਰ ਹੈ, ਆ ਗਰੀਬ ਹੈ। ਨਹੀਂ, ਉਹ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਪਿਆਰ ਕਰੇ, ਸਾਰਿਆਂ ਦੇ ਨਾਲ ਇੱਕ ਤਰ੍ਹਾਂ ਦਾ ਵਰਤਾਓ ਰੱਖੇ, ਸਭਨਾਂ 'ਚ ਨਿਰੰਕਾਰ ਦੀ ਜੋਤ ਨੂੰ ਜਾਣੇ। ਨਾਨਕ ਉਸ ਪੰਡਤ ਕੋ ਸਦਾ ਆਦੇਸ਼। ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਐਸੇ ਪੰਡਤ ਨੂੰ ਆਦੇਸ਼ ਕਰਦਾ, ਭਾਵ ਸੀਸ ਨਵਾਉਣਾ, ਜਿਹੜਾ ਇਸ ਤਰ੍ਹਾਂ ਦਾ ਸੁਭਾਅ ਪਾਲਦਾ। ਹੁਣ ਸਪਸ਼ਟ ਜੀ ਗੱਲ ਹੈ, ਇਸ ਪੂਰੀ ਪੌੜੀ 'ਚ ਸਤਿਗੁਰੂ ਨੇ ਉਸ ਬੰਦੇ ਦੀ ਗੱਲ ਕੀਤੀ ਹੈ ਜਿਹੜਾ ਬੰਦਾ ਨਿਰੰਕਾਰ ਦੇ ਕਲੋਜ਼ ਆ, ਨੇੜੇ ਹੈ। ਕੱਲਾ ਕਹਿਣ ਨੂੰ ਪੰਡਤ ਨਹੀਂ ਬਣਨਾ। ਕਮਾਲ ਹੈ ਨਾ। ਹੁਣ ਕੱਲਾ ਕਹਿਣ ਨੂੰ ਪੰਡਤ ਨਹੀਂ ਵੀ ਇੱਕ ਮਿਲ ਗਿਆ ਜੀ, ਰੁਤਬਾ ਮਿਲ ਗਿਆ ਪੰਡਤ ਦਾ, ਨਹੀਂ, ਅੰਦਰੋਂ ਵੀ ਬਣਨਾ ਆਪਾਂ। ਜਿਹੜੇ ਲੋਕਾਂ ਦਾ ਨੁਕਸਾਨ ਕਰੇ ਉਹ ਕਦੇ ਪੰਡਤ? ਪੰਡਤ ਉਹ ਜਿਹੜਾ ਦੁਨੀਆ ਦਾ ਭਲਾ ਕਰੇ, ਜਿਹੜਾ ਦੁਨੀਆ ਲਈ ਕੁਝ ਕਰਕੇ ਜਾਏ, ਸੰਸਾਰ ਲਈ ਕੁਝ ਕਰਕੇ ਜਾਏ, ਉਹ ਪੰਡਤ ਹੈ। ਸੋ ਪਿਆਰਿਓ, ਅਸੀਂ ਰੱਬ ਦੇ ਨੇੜੇ ਲੱਗਣਾ, ਉਹ ਤੋਂ ਦੂਰ ਨਹੀਂ ਜਾਣਾ। ਨੇੜੇ ਜਾਣ ਦੀ ਵਿਧੀ ਸੁਖਮਨੀ ਸਾਹਿਬ ਹੈ। ਸੋ ਆਓ ਪੜ੍ਹੀਏ, ਵਿਚਾਰੀਏ ਤੇ ਜੀਵਨ ਢਾਲੀਏ, ਤੇ ਜੋ ਗੁਰੂ ਅਰਜਨ ਸਾਹਿਬ ਨੇ ਕਿਹਾ ਉਹਨਾਂ ਲਫ਼ਜ਼ਾਂ ਨੂੰ, ਉਹਨਾਂ ਬਚਨਾਂ ਨੂੰ ਫੋਲੋ ਕਰਕੇ ਆਪਣਾ ਜੀਵਨ ਸੁਧਾਰੀਏ ਜੀ। ਇਤਨੀਆਂ ਬੇਨਤੀਆਂ ਸਵੀਕਾਰ ਕਰਿਓ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।